ਕੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਰਾਹੁਲ ਗਾਂਧੀ ਨੂੰ ਇਹ ਆਪਣੇ ਅੰਦਰ ਅਹਿਸਾਸ ਹੁੰਦਾ ਹੈ ਕਿ ਜੋ ਹੋਇਆ ਗਲਤ ਹੋਇਆ? ਜੋ ਹਜ਼ਾਰਾਂ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤੇ ਗਏ, ਕੀ ਰਾਹੁਲ ਗਾਂਧੀ ਨੂੰ ਉਸ ਅਕਾਲ ਤਖਤ ਸਾਹਿਬ ਦੇ ਬਾਹਰ ਖੜ ਕੇ ਅਹਿਸਾਸ ਹੁੰਦਾ ਹੈ ਕਿ ਨਹੀਂ ਹੁੰਦਾ? ਜਾਣ ਤਾਂ ਇੱਕ ਹੀ ਹੈ ਨਾ, ਭਾਵੇਂ ਉਹ ਪ੍ਰਧਾਨ ਮੰਤਰੀ ਦੀ ਹੈ ਤੇ ਭਾਵੇਂ ਆਮ ਬੰਦੇ ਦੀ। ਕੀ ਇਹ ਅਹਿਸਾਸ ਹੁੰਦਾ ਹੈ ਕਿ ਆਪਣੀ ਹੇਠੀ ਤੇ ਗੰਦੀ ਸਿਆਸਤ ਖਾਤਰ ਇਤਿਹਾਸ ਨੂੰ ਉਹ ਤਸਵੀਰ ਦੇਤੀ ਤੁਸੀਂ ਜੋ ਤਾ ਉਮਰ ਇੱਥੇ ਛਾਤੀਆਂ ਤੇ 84 ਉੱਕਰਲੇ ਨੌਜਵਾਨਾਂ ਨੇ? ਪੰਜਾਬ ਦੇ ਲੋਕ ਇਸ ਨੂੰ ਸਿਰਫ ਪੋਲੀਟੀਕਲ ਐਂਗਲ ਤੋਂ ਨਹੀਂ ਲੈਂਦੇ ਇਹਨਾਂ ਚੀਜ਼ਾਂ ਨੂੰ, ਕਿਉਂਕਿ ਤੁਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਦੱਬ ਲਓ, ਜਿੰਨਾ ਮਰਜ਼ੀ ਸਮਝਾ ਲਓ, ਕਹਿ ਲਓ, ਅਕਾਲ ਤਖਤ ਢਾਏ ਹੋਏ ਦੀ ਤਸਵੀਰ ਤੰਗ ਕਰਦੀ ਹੈ। ਬਿਲਕੁਲ। ਜੇ ਰਾਹੁਲ ਗਾਂਧੀ ਅਹਿਸਾਸ ਹੀ ਕਰਕੇ ਬੈਠ ਜੇ ਇਸ ਗੱਲ ਦਾ, ਅੱਜ ਤੱਕ ਤਾਂ ਅਹਿਸਾਸ ਨਹੀਂ ਹੈ ਨਾ। ਬੁਲਵਾਇਆ ਵੀ ਕਿਹਦੇ ਤੋਂ ਗਿਆ? ਸਿੱਖ ਪ੍ਰਧਾਨ ਮੰਤਰੀ ਤੋਂ ਜੀ, ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ ਤੋਂ। ਸ਼ਾਇਦ ਇਸ ਮੇਰੀ ਸਟੇਟਮੈਂਟ ਤੋਂ ਬਾਅਦ ਹੁਣ ਆਪਾਂ ਨੂੰ ਇੰਟਰਵਿਊ ਨਾ ਮਿਲੇ, ਕਿਉਂਕਿ ਉਹਨਾਂ ਨੂੰ ਲੱਗੇ ਕਿ ਇਹ ਤਾਂ ਅਕਾਲ ਤਖਤ ਸਾਹਿਬ ਵਾਲਾ ਸਵਾਲ ਕਰ ਲਿਆ, ਕਿਤੇ ਉਦੋਂ ਵੀ ਨਾ ਕਰ ਲਏ ਜੇ ਇੰਟਰਵਿਊ ਦੇਤੀ ਨਾ ਦੇਵੇ ਇੰਟਰਵਿਊ। ਪਰ ਇਹ ਗੱਲ ਤਾਂ ਮੈਂ ਰੱਖੂ। ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਰਵਰਿੰਦਰ ਸਿੰਘ ਬੈਨੀਪਾਲ। ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਿਆਸਤ ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਪਹਿਲਾਂ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਨਿਊਜ਼ ਐਡੀਟਰ ਸਿਮਰਜੋਤ ਸਿੰਘ ਮੱਕੜ ਤੇ ਅੱਜ ਗੱਲਬਾਤ ਕਰਾਂਗੇ ਭਾਰਤ ਜੋੜੋ ਯਾਤਰਾ ਤੇ ਨਿਕਲੇ ਰਾਹੁਲ ਗਾਂਧੀ ਦੀ। ਰਾਹੁਲ ਗਾਂਧੀ ਦੀ ਇਹ ਯਾਤਰਾ ਕਾਫੀ ਚਰਚਾ ਦੇ ਵਿੱਚ ਰਹੀ ਹੈ ਤੇ ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚੇ ਨੇ ਤੇ ਜਲਦ ਹੀ ਪੰਜਾਬ ਦੀ ਜਿਹੜੀ ਯਾਤਰਾ ਹੈ ਉਹ ਸ਼ੁਰੂ ਕਰ ਦੇਣਗੇ। ਇਸ ਦੌਰਾਨ ਕੀ ਕੁਝ ਖਾਸ ਹੋਣ ਵਾਲਾ ਹੈ ਤੇ ਅੱਜ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਸਿਰ ਤੇ ਕੇਸਰੀ ਦਸਤਾਰ ਸਜਾ ਕੇ ਦਰਬਾਰ ਸਾਹਿਬ ਨਤਮਸਤਕ ਵੀ ਹੋਏ ਨੇ, ਇਸ ਤਮਾਮ ਚਰਚਾ ਕਰਾਂਗੇ ਇਸ ਬਾਰੇ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਇੱਕ ਹਫ਼ਤੇ ਦੀ ਭਾਰਤ ਜੋੜੋ ਯਾਤਰਾ ਹੈ ਉਹ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਤੇ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੋਵੇਗਾ। ਮੱਕੜ ਸਾਹਿਬ, ਕੇਸਰੀ ਦਸਤਾਰ ਬੰਨ੍ਹ ਕੇ ਆਏ ਨੇ ਅੱਜ, ਤਾਂ ਰਾਹੁਲ ਗਾਂਧੀ ਦੀਆਂ ਮੁੱਛਾਂ ਵੀ ਥੋੜ੍ਹੀਆਂ ਕੁੰਡੀਆਂ ਕੀਤੀਆਂ ਹੋਈਆਂ ਸੀ। ਕੀ ਲੱਗਦਾ ਕਿ ਇੱਕ ਵੱਖਰਾ ਰੂਪ ਲੈ ਕੇ ਪੰਜਾਬ 'ਚ ਦਾਖਲ ਹੋਏ ਨੇ? ਕੁੰਡੀਆਂ ਮੁੱਛਾਂ ਕਿੱਥੇ ਕੀਤੀਆਂ ਸੀ ਰਾਓ ਜੀ? ਦਰਬਾਰ ਸਾਹਿਬ ਜਦੋਂ ਗਏ ਸੀਗੇ ਉਹ। ਬਸ ਇਹੀ ਜਵਾਬ ਪੂਰਾ ਪੰਜਾਬ ਸੁਣ ਲੇ ਤੁਹਾਡੇ ਵਾਲਾ। ਗੁਰੂ ਰਾਮਦਾਸ ਪਾਤਸ਼ਾਹ ਨੇ 4 ਦੁਆਰ ਬਣਾਏ ਸੀ ਕਿ ਜਾਤਾਂ ਪਾਤਾਂ ਧਰਮ ਤੋਂ ਉੱਠ ਕੇ ਭਗਤੀ ਦੇ ਇਸ ਘਰ ਦੇ ਵਿੱਚ ਆ ਕੇ ਕੋਈ ਵੀ ਦੁਨੀਆ ਦਾ ਇਨਸਾਨ ਨਤਮਸਤਕ ਹੋ ਸਕਦਾ ਹੈ, ਕੀਰਤਨ ਸਰਵਣ ਕਰ ਸਕਦਾ ਹੈ, ਉਸ ਪਰਮਾਤਮਾ ਨੂੰ, ਉਸ ਵਾਹਿਗੁਰੂ ਦਾ ਨਾਮ ਜਪ ਸਕਦਾ ਹੈ। ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ ਜੀ। 6ਵੀਂ ਪਾਤਸ਼ਾਹੀ ਨੇ ਉਸੇ ਸਥਾਨ ਦੇ ਜਮਾਂ ਸਾਹਮਣੇ ਮੀਰੀ ਤੇ ਪੀਰੀ ਦਾ ਸਾਨੂੰ ਜੋ ਸਿਧਾਂਤ ਸੀਗਾ ਉਹ ਦੇ ਕੇ ਕਿਹਾ ਕਿ ਇਹ ਅਕਾਲ ਦਾ ਘਰ ਹੈ। ਕਹਿੰਦੇ ਆ ਨਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ, ਤੇ ਦੀਦਾਰ ਉੱਥੋਂ ਖਾਲਸੇ ਦਾ ਹੁੰਦਾ ਹੈ ਜੀ। ਜੀ ਆਇਆਂ ਨੂੰ ਰਾਹੁਲ ਗਾਂਧੀ ਨੂੰ। ਜਦੋਂ ਅੰਦਰ ਮੱਥਾ ਟੇਕਣ ਗਏ ਹੋਣਗੇ, ਹਰੇਕ ਸਿੱਖ ਨੂੰ ਚਾਹੀਦਾ ਹੈ ਕਿ ਇਸ ਗੱਲ ਦਾ ਸਤਿਕਾਰ ਕਰੇ ਕਿ ਉਸ ਗੁਰੂ ਦੇ ਘਰ 'ਚ ਕੋਈ ਵੀ ਆਵੇ ਉਹਦਾ ਸਵਾਗਤ ਕੀਤਾ ਜਾਵੇ। ਤੁਸੀਂ ਤੇ ਮੈਂ ਇੰਨੇ ਕਾਬਲ ਨਹੀਂ ਆ ਕਿ ਅਸੀਂ ਇਸ ਗੱਲ ਨੂੰ ਜੱਜ ਕਰ ਸਕੀਏ ਕਿ ਦਰਬਾਰ ਸਾਹਿਬ ਕਿਹਨੂੰ ਜਾਣਾ ਚਾਹੀਦਾ, ਕਿਹਨੂੰ ਨਹੀਂ ਜਾਣਾ ਚਾਹੀਦਾ। ਜਦੋਂ ਸਾਡੇ ਗੁਰੂ ਪਿਤਾ ਨੇ ਕਹਿਤਾ, ਜਦੋਂ ਸਾਡੀ ਚੌਥੀ ਪਾਤਸ਼ਾਹੀ ਨੇ ਕਿਹਾ ਕਿ ਇਹ ਭਗਤੀ ਦਾ ਘਰ ਹੈ, ਇੱਥੇ ਕੋਈ ਵੀ ਆ ਸਕਦਾ, ਉਹ ਦੁਆਰ 4 ਛੱਡ ਗਏ। ਪਰ ਮੇਰੇ ਸਵਾਲ ਜ਼ਹਿਨ ਦੇ ਵਿੱਚ ਆ ਰਿਹਾ ਹੈ ਕਿ ਕੇਸਰੀ ਦਸਤਾਰ ਦੇ ਵਿੱਚ ਮੁੱਛਾਂ ਕੁੰਡੀਆਂ ਵਾਲੇ ਰਾਹੁਲ ਗਾਂਧੀ ਜਦੋਂ ਅੰਦਰ ਨਤਮਸਤਕ ਹੋ ਕੇ ਕੀਰਤਨ ਸਰਵਣ ਕਰਨ ਤੋਂ ਬਾਅਦ ਵਾਪਸ ਜਾ ਰਹੇ ਹੋਣਗੇ, ਕੀ 1 ਮਿੰਟ ਵਾਸਤੇ ਵੀ ਜ਼ਹਿਨ ਦੇ ਵਿੱਚ ਸਾਹਮਣੇ ਅਕਾਲ ਤਖਤ ਸਾਹਿਬ ਆਏ ਹੋਣਗੇ? ਜਦੋਂ ਬਾਹਰ ਨਿਕਲਦੇ ਆ, ਪ੍ਰਸ਼ਾਦ ਲੈਂਦੇ ਆ ਆਪਾਂ ਜੀ, ਤੇ ਸਾਹਮਣੇ ਅਕਾਲ ਤਖਤ ਸਾਹਿਬ ਦੀ 5 ਫੁੱਟ ਦੀ ਉਹ ਕੰਧ ਅਜੇ ਵੀ ਉਸੇ ਤਰੀਕੇ ਦੇ ਨਾਲ ਸੰਭਾਲੀ ਹੋਈ ਹੈ ਜੀ। ਦਰਬਾਰ ਸਾਹਿਬ ਜਦੋਂ ਬਿਲਕੁਲ ਬਾਹਰ, ਜਿੱਥੇ ਅਕਾਲ ਤਖਤ ਸਾਹਿਬ ਦੇ ਥੱਲੇ ਜਿੱਥੇ ਢਾਡੀ ਵਾਰਾਂ ਚੱਲਦੀਆਂ ਨੇ ਜੀ, ਜਿੱਥੇ ਵੀਰ ਰਸ ਦਾ ਗਾਇਨ ਹੁੰਦਾ ਹੈ, ਜਿੱਥੇ ਜਥੇਦਾਰ ਅਕਾਲ ਤਖਤ ਸੰਬੋਧਨ ਕਰਦੇ ਨੇ, ਉਹਦੇ ਐਨ ਹੇਠਾਂ ਉਹ ਨਿਸ਼ਾਨ ਅੱਜ ਵੀ ਕੌਮ ਤੇ ਪੰਥ ਨੇ ਸੰਭਾਲ ਕੇ ਰੱਖੇ ਹੈ ਜੀ। ਕਿਹੜੇ ਨਿਸ਼ਾਨ ਦੀ ਗੱਲ ਕਰ ਰਿਹਾ ਮੈਂ? ਢੱਠੇ ਹੋਏ ਅਕਾਲ ਤਖਤ ਸਾਹਿਬ ਦੀ। ਬਿਲਕੁਲ। ਉਸ ਸਥਾਨ ਦੇ ਉੱਤੇ ਜਦੋਂ ਖੜ ਕੇ ਰਾਹੁਲ ਗਾਂਧੀ ਨੇ ਅਕਾਲ ਤਖਤ ਸਾਹਿਬ ਦੇ ਵੱਲ ਨਜ਼ਰ ਗਈ ਹੋਊਗੀ ਤਾਂ ਜ਼ਹਿਨ ਦੇ ਵਿੱਚ
ਖਿਆਲ ਤਾਂ ਆਇਆ ਹੋਣਾ, ਪਰ ਕੀ ਇਹ ਉਹ ਜਜ਼ਬਾਤ ਇੱਕ ਵਾਰੀ ਸਾਂਝਾ ਕਰ ਦਿੰਦੇ, ਦੱਸ ਜਾਂਦੇ ਮੀਡੀਆ ਨੂੰ ਕਿ ਮੈਂ ਇਸ ਭਗਤੀ ਦੇ ਘਰ ਤੋਂ ਸ਼ੁਰੂਆਤ ਕਰ ਰਿਹਾ, ਮੈਨੂੰ ਇੱਥੇ ਆ ਕੇ ਅਹਿਸਾਸ ਹੋਇਆ ਕਿ ਬਾਣੀ ਦੇ ਵਿੱਚ ਜੇ ਕਿਹਾ ਨਾ ਕਿ ਮਨੁੱਖ ਜਿਹੜਾ ਇਹ ਆਪਣੇ ਕਰਮਾਂ ਦਾ ਖੇਤ ਹੈ ਜੀ, ਕਰਮਾਂ ਸੰਧੜਾ ਖੇਤ, ਤਾਂ ਉਹ ਕਰਮਾਂ ਸੰਧੜਾ ਖੇਤ ਉਹਨਾਂ ਦੇ ਪਰਿਵਾਰ ਵਾਸਤੇ ਵੀ ਹੈ। ਬਾਣੀ 'ਚ ਤਾਂ ਇੱਕ ਚੀਜ਼ ਜੋ ਲਿਖੀ ਹੈ ਉਹ ਬਿਲਕੁਲ ਸੱਚ ਹੈ, ਉਹ ਅਕਾਲ ਦੀ ਬਾਣੀ ਹੈ। ਤੇ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਅਹਿਸਾਸ ਜੇ ਹੋਇਆ ਤਾਂ ਕਦੇ ਰਾਹੁਲ ਗਾਂਧੀ ਜੇ ਇਹ ਗੱਲ ਕਹਿ ਦੇਣ ਕਿ ਮੈਂ ਇਸ ਗੱਲ ਦੀ ਮਾਫੀ ਮੰਗਦਾ ਕਿ ਮੇਰੀ ਦਾਦੀ ਨੇ ਇਸੇ ਅਕਾਲ ਤਖਤ ਸਾਹਿਬ ਨੂੰ ਢਾਇਆ, ਇੱਥੇ ਫੌਜ ਵਾੜੀ, ਉਸੇ ਦਰਬਾਰ ਸਾਹਿਬ 'ਚ ਜਿੱਥੇ ਤੁਸੀਂ ਕੀਰਤਨ ਸਰਵਣ ਕਰ ਰਹੇ ਸੀ ਜੀ, ਉਸ ਦਰਬਾਰ ਸਾਹਿਬ ਦੇ ਵਿੱਚ ਵੀ ਗੋਲੀਆਂ ਵੱਜੀਆਂ। ਜਿਹੜੇ ਪਾਠ ਕਰ ਰਹੇ ਗ੍ਰੰਥੀ ਸਿੰਘ ਸੀਗੇ, ਕੀਰਤਨ ਕਰ ਰਹੇ, ਉੱਥੋਂ ਤੱਕ ਗੋਲੀਆਂ ਵੱਜੀਆਂ। ਇਸ ਗੱਲ ਦਾ ਅਹਿਸਾਸ ਰਾਹੁਲ ਗਾਂਧੀ ਕਰਦੇ ਅੱਜ, ਤੇ ਸ਼ਾਇਦ ਕੁਛ ਹਿੱਸਾ ਪੰਜਾਬੀਆਂ ਦਾ, ਮੈਂ ਪੰਜਾਬੀ ਸ਼ਬਦ ਵਰਤ ਰਿਹਾ, ਸਿੱਖ ਸ਼ਬਦ ਨਹੀਂ ਵਰਤਿਆ ਇੱਥੇ, ਸ਼ਾਇਦ ਮਨ ਦੇ ਵਿੱਚ ਆਉਂਦਾ। ਪਰ ਫਿਰ ਵੀ ਕਿਉਂਕਿ ਇਹ ਪੋਲੀਟੀਕਲ ਹੈ, ਸਭ ਕੁਛ ਪੋਲੀਟੀਕਲ ਹੈ, ਜੀ ਆਇਆਂ ਨੂੰ ਤਾਂ ਹੋਊਗੀ, ਬਹੁਤ ਇਕੱਠ ਵੀ ਹੋਊਗਾ। ਠੰਡ ਦੇ ਬਾਵਜੂਦ ਕਾਂਗਰਸ ਪਾਰਟੀ ਦਾ ਆਧਾਰ ਹੈ ਪੰਜਾਬ ਦੇ ਵਿੱਚ, ਇਸ 'ਚ ਕੋਈ ਦੋ ਰਾਏ ਨਹੀਂ ਜੀ। ਇੱਕ ਹਾਰ ਵੱਡੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਪਾਰਟੀ, ਕਾਂਗਰਸ ਪਾਰਟੀ ਜਿਹੜੀ ਪੰਜਾਬ 'ਚ ਕਿਤੇ ਹਾਸ਼ੀਏ 'ਚ ਹੋਵੇ। ਇੱਕ ਪੰਜਾਬ ਹੀ ਐਸਾ ਸੂਬਾ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਕਾਂਗਰਸ, ਛੱਤੀਸਗੜ੍ਹ, ਪੰਜਾਬ ਰਿਵਾਈਵ ਹੋ ਜਾਂਦੀ ਹੈ। ਆ ਹੁਣ ਹਿਮਾਚਲ 'ਚ ਜਾ ਕੇ ਥੋੜਾ ਜਿਹਾ ਸਾਹ ਆਇਆ। ਇੱਕ ਪੰਜਾਬ ਹੀ ਹੈ ਜਿੱਥੇ ਕਾਂਗਰਸ ਭਾਵੇਂ ਕਿ ਖਿਲਰੀ ਹੋਈ ਹੈ ਪਰ ਸਟਰੋਂਗ ਹੈ, ਕਿਉਂਕਿ ਕਾਡਰ ਹੈ, ਗਰਾਊਂਡ ਦੇ ਉੱਤੇ ਵਰਕਰ ਹੈ ਕਾਂਗਰਸ ਕੋਲੇ ਜੀ, ਤੇ ਉਹਨਾਂ ਸੜਕਾਂ ਤੇ ਤੁਰਨਗੇ ਕਿੱਥੋਂ? ਪਹਿਲੀ ਗੱਲ ਤਾਂ ਇਹ ਹੈ ਕਿ ਜਿੱਥੋਂ ਜਿਸ ਅਕਾਲ ਤਖਤ ਸਾਹਿਬ ਨੂੰ ਢਾਇਆ, ਉਸ ਅਕਾਲ ਤਖਤ ਸਾਹਿਬ ਦੇ ਸਾਹਮਣੇ ਅੱਜ ਤੁਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਗਏ ਹੋ, ਤੇ ਤੁਸੀਂ ਸ਼ੁਰੂਆਤ ਫਤਿਹਗੜ੍ਹ ਸਾਹਿਬ ਕਰਨੀ ਹੈ ਜਾ ਕੇ ਜੀ। ਉਸ ਮੀਰੀ ਪੀਰੀ ਦੇ ਮਾਲਕ 6ਵੀਂ ਪਾਤਸ਼ਾਹੀ ਦੀ ਜਿਹੜਾ ਸਾਨੂੰ ਸਿਧਾਂਤ ਦਿੱਤਾ ਸੀਗਾ, ਉਸੇ ਸਿਧਾਂਤ ਤੇ ਚੱਲਦਿਆਂ ਦਸਮ ਪਿਤਾ ਨੇ ਆਪਦੇ ਪਿਤਾ ਨੂੰ 9ਵੀਂ ਪਾਤਸ਼ਾਹੀ ਨੂੰ ਤੋਰਿਆ ਤੇ ਫਿਰ ਆਪਦੇ ਪੁੱਤਾਂ ਨੂੰ ਵਾਰਿਆ। ਉਸੇ ਸਥਾਨ ਦੇ ਉੱਤੋਂ ਤੁਸੀਂ ਸ਼ੁਰੂਆਤ ਕਰਨੀ ਹੈ। ਪੰਜਾਬ ਦੇ ਲੋਕ ਇਸ ਨੂੰ ਸਿਰਫ ਪੋਲੀਟੀਕਲ ਐਂਗਲ ਤੋਂ ਨਹੀਂ ਲੈਂਦੇ ਇਹਨਾਂ ਚੀਜ਼ਾਂ ਨੂੰ, ਕਿਉਂਕਿ ਤੁਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਦੱਬ ਲਓ, ਜਿੰਨਾ ਮਰਜ਼ੀ ਸਮਝਾ ਲਓ, ਕਹਿ ਲਓ, ਅਕਾਲ ਤਖਤ ਢਾਏ ਹੋਏ ਦੀ ਤਸਵੀਰ ਤੰਗ ਕਰਦੀ ਹੈ। ਬਿਲਕੁਲ ਰਾਓ ਜੀ, ਤੰਗ ਕਰਦੀ ਹੈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕਰਦੀ ਰਹੂਗੀ। ਮੈਂ ਇੱਕ ਪੋਸਟ ਕਿਸੇ ਦੀ ਵੀ ਪੜ੍ਹ ਰਿਹਾ ਸੀਗਾ, ਕਿਸੇ ਵੀਰ ਨੇ ਲਿਖਿਆ ਹੋਇਆ ਸੀਗਾ ਕਿ ਮਾਫੀ ਕਾਹਦੀ, ਅਸੀਂ ਤੈਨੂੰ ਮਾਫ ਨਹੀਂ ਕਰ ਸਕਦੇ। ਪਰ ਮੈਂ ਕਹਿੰਦਾ ਕਿ ਚਲੋ ਜੇ ਰਾਹੁਲ ਗਾਂਧੀ ਅਹਿਸਾਸ ਹੀ ਕਰਕੇ ਬੈਠ ਜੇ ਇਸ ਗੱਲ ਦਾ, ਅੱਜ ਤੱਕ ਤਾਂ ਅਹਿਸਾਸ ਨਹੀਂ ਹੈ ਨਾ। ਬੁਲਵਾਇਆ ਵੀ ਕਿਹਦੇ ਤੋਂ ਗਿਆ? ਸਿੱਖ ਪ੍ਰਧਾਨ ਮੰਤਰੀ ਤੋਂ ਜੀ, ਡਾਕਟਰ ਮਨਮੋਹਨ ਸਿੰਘ ਤੋਂ। ਇੰਨੇ ਪ੍ਰਧਾਨ ਮੰਤਰੀ ਲੰਘ ਕੇ ਨਿਕਲ ਗਏ ਤੇ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ। ਔਰ ਅੱਜ ਤੁਸੀਂ ਯਾਦ ਕਰਦੇ ਹੋ ਇਹ ਗੱਲ, ਜੋ ਬੜਾ ਆਇਰੋਨਿਕਲ ਜੀ ਸਟੇਟਮੈਂਟ ਦਿੰਦੇ ਆ, ਬੜੀ ਕਿ ਮੈਂ ਛੋਟਾ ਸੀ, ਮੈਂ ਦੇਖਦਾ ਸੀ, ਸਾਰੇ ਸਿੱਖ ਬਾਡੀਗਾਰਡ ਸੀ ਉਹਨਾਂ ਦੇ ਨਾਲ, ਪਰਿਵਾਰ ਤੇ ਨਾਲ ਰਹਿੰਦੇ ਸੀਗੇ ਜੀ। ਤੇ ਫਿਰ ਇਹ ਤਾਂ ਜਿਵੇਂ ਮੈਂ ਤੁਹਾਨੂੰ ਕਿਹਾ, ਕਰਮਾ ਸੰਧੜਾ ਖੇਤ ਬਾਣੀ 'ਚ ਲਿਖਿਆ, ਜੋ ਬੀਜਿਆ ਉਹ ਪਾਇਆ। ਇਹ ਤੁਸੀਂ ਕਾਫੀ ਤਰਕ ਵਾਲੀਆਂ ਗੱਲਾਂ ਹੋਈਆਂ। ਇੱਕ ਛੋਟਾ ਜਿਹਾ ਸਵਾਲ ਹੈ ਮੇਰਾ ਕਿ ਇੱਕ ਵਾਰ ਫਿਰ ਤੋਂ ਟੀ-ਸ਼ਰਟ ਦੇ ਵਿੱਚ ਹੀ ਆਏ ਨੇ, ਕਿਤੇ ਠੰਡ ਤਾਂ ਨਹੀਂ ਲਵਾ ਲੈਣਗੇ? ਨਹੀਂ, ਇਹ ਮੈਨੂੰ ਲੱਗਦਾ ਹੁਣ ਉਹਨਾਂ ਨੇ ਨਾ ਗੱਲ ਫੜ ਲਈ ਵੀ ਹੁਣ ਕੁਛ ਹੋ ਜੇ, ਮੈਂ ਨਹੀਂ ਪਾਉਣੀ। ਦੇਖੋ ਤੁਸੀਂ ਰਾਹੁਲ ਗਾਂਧੀ ਦੀ ਯਾਤਰਾ ਦੇ ਪੋਜ਼ਿਟਿਵ ਨੈਗੇਟਿਵ ਹੁਣ ਤੱਕ ਦੇ, ਪਹਿਲੀ ਗੱਲ ਤਾਂ ਇਹ ਹੈ ਕਿ ਉਹ ਮੀਡੀਆ ਨੂੰ ਅਨਨੈਸੈਸਰੀ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਕਈ ਵਾਰੀ ਉਹ ਬੈਕਫੁੱਟ ਤੇ ਵੀ ਜਾ ਰਹੇ ਕੱਲ ਕਾਫੀ ਕਰ ਗਏ, ਕੱਲ ਵੀ ਕੀਤਾ, ਪਹਿਲਾਂ ਵੀ ਕੀਤਾ। ਨੋ ਡਾਊਟ ਕਿ ਨੈਸ਼ਨਲ ਮੀਡੀਆ ਇਹ ਲੁਕਿਆ ਥੋੜੀ ਹੈ। ਤੁਸੀਂ ਇੰਨੀ ਲੇਟ ਜਾ ਕੇ, ਮੈਂ ਤਾਂ ਇਹ ਹੈਰਾਨ ਆ, ਜਦੋਂ ਤੁਹਾਡੀ ਸਮਝ ਦੇ ਉੱਤੇ ਸਵਾਲ ਹੁੰਦੇ, ਤੁਸੀਂ ਇੰਨੀ ਲੇਟ ਜਾ ਕੇ ਅੱਜ ਤੁਹਾਨੂੰ ਸਮਝ ਆਇਆ ਕਿ ਮੀਡੀਆ ਜਿਹੜਾ ਉਹ ਦੇਸ਼ ਦਾ ਮੀਡੀਆ ਕਿਹੜੇ ਹਾਲਾਤਾਂ 'ਚ ਹੈ, ਔਰ ਉਹਨੂੰ ਗੋਦੀ ਮੀਡੀਆ। ਤੁਸੀਂ ਅੱਜ ਯੂਟਿਊਬਰਸ ਜਾਂ ਬਲੌਗਰਸ, ਅਸੀਂ ਵੀ ਅੱਜ ਇਹ ਗੱਲ ਕਹਿੰਦੇ ਹਾਂ ਕਿ ਖੁੱਲ੍ਹ ਕੇ ਆਓ ਪੰਜਾਬ 'ਚ। ਅਸੀਂ ਵੀ ਸ਼ਾਇਦ ਇਸ ਮੇਰੀ ਸਟੇਟਮੈਂਟ ਤੋਂ ਬਾਅਦ ਹੁਣ ਆਪਾਂ ਨੂੰ ਇੰਟਰਵਿਊ ਨਾ ਮਿਲੇ, ਕਿਉਂਕਿ ਉਹਨਾਂ ਨੂੰ ਲੱਗੇ ਕਿ ਇਹ ਤਾਂ ਅਕਾਲ ਤਖਤ ਸਾਹਿਬ ਵਾਲਾ ਸਵਾਲ ਕਰ ਲਿਆ, ਕਿਤੇ ਉਦੋਂ ਵੀ ਨਾ ਕਰ ਲਏ ਜੇ ਇੰਟਰਵਿਊ ਦੇਤੀ ਤਾਂ ਜੀ। ਔਰ ਮੈਂ ਤਾਂ ਸਵੇਰੇ ਇਹ ਚਰਚਾ ਜਦੋਂ ਕਰ ਰਿਹਾ ਸੀ, ਮੇਰੇ ਕੈਮਰਾਮੈਨ, ਅਸੀਂ ਅੱਜ ਇੱਕ ਇੰਟਰਵਿਊ ਤੇ ਜਾ ਰਹੇ ਸੀ, ਤੇ ਉਹ ਮੈਨੂੰ ਕਹਿ ਰਿਹਾ ਸੀ, ਭਾਜੀ ਜੇ ਤੁਸੀਂ ਇਹ ਗੱਲਾਂ ਅੱਜ ਸਿਆਸਤ ਲਾਈਵ 'ਚ ਕਰਤੀਆਂ ਤੇ ਫਿਰ ਆਪਾਂ ਨੂੰ ਤਾਂ ਇੰਟਰਵਿਊ ਨਹੀਂ ਦਿੰਦਾ ਰਾਹੁਲ ਗਾਂਧੀ। ਤੇ ਮੈਂ ਕਿਹਾ ਨਾ ਦੇਵੇ ਇੰਟਰਵਿਊ, ਪਰ ਇਹ ਗੱਲ ਤਾਂ ਮੈਂ ਰੱਖੂੰਗਾ
ਕਿ ਕੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਰਾਹੁਲ ਗਾਂਧੀ ਨੂੰ ਇਹ ਆਪਣੇ ਅੰਦਰ ਅਹਿਸਾਸ ਹੁੰਦਾ ਹੈ ਕਿ ਜੋ ਹੋਇਆ ਗਲਤ ਹੋਇਆ, ਜੋ ਕੀਤਾ ਉਹ ਗਲਤ ਕੀਤਾ ਜੀ, ਜੋ ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਕੀਤਾ ਉਹ ਗਲਤ ਕੀਤਾ, ਜੋ ਹਜ਼ਾਰਾਂ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤੇ ਗਏ, ਕੀ ਰਾਹੁਲ ਗਾਂਧੀ ਨੂੰ ਉਸ ਅਕਾਲ ਤਖਤ ਸਾਹਿਬ ਦੇ ਬਾਹਰ ਖੜ ਕੇ ਅਹਿਸਾਸ ਹੁੰਦਾ ਹੈ ਕਿ ਨਹੀਂ ਹੁੰਦਾ ਕਿ ਇੱਕ ਮੌਤ, ਜਾਣ ਤਾਂ ਇੱਕ ਹੀ ਹੈ ਨਾ, ਭਾਵੇਂ ਉਹ ਪ੍ਰਧਾਨ ਮੰਤਰੀ ਦੀ ਹੈ ਤੇ ਭਾਵੇਂ ਆਮ ਬੰਦੇ ਦੀ ਹੈ, ਜੀ ਜੀ, ਅਹੁਦੇ ਉਹੁਦੇ ਚੀਜ਼ਾਂ, ਕੀ ਇਹ ਅਹਿਸਾਸ ਹੁੰਦਾ ਹੈ ਕਿ ਆਪਣੀ ਹੇਠੀ ਤੇ ਗੰਦੀ ਸਿਆਸਤ ਖਾਤਰ ਇਤਿਹਾਸ ਨੂੰ ਉਹ ਤਸਵੀਰ ਦੇਤੀ ਤੁਸੀਂ ਜੋ ਤਾ ਉਮਰ ਇੱਥੇ ਛਾਤੀਆਂ ਤੇ 84 ਉੱਕਰਲੇ ਨੌਜਵਾਨਾਂ ਨੇ। ਇਹ ਅਹਿਸਾਸ ਹੋਣਾ ਚਾਹੀਦਾ ਉਹਨੂੰ। ਬਿਲਕੁਲ ਬਿਲਕੁਲ। ਸਿਆਸਤ ਦੇਖੋ, ਇਹ ਵੀ ਇੱਕ ਗੱਲ ਹੈ ਕਿ ਮੈਂ ਇਹ ਗੱਲ ਸਮਝਦਾ ਕਿ ਜੇ ਅੱਜ ਬੀਜੇਪੀ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ, ਉਹ ਚੰਗੀ ਸਿਆਸਤ ਕਰ ਰਹੀ ਹੈ, ਉਹ ਮਾੜੀ ਸਿਆਸਤ ਕਰ ਰਹੀ ਹੈ, ਜੇ ਅਸੀਂ, ਸਾਡਾ ਮੁਲਕ ਆਸਥਾ ਤੇ ਚੱਲਣ ਵਾਲਾ ਔਰ ਪਰਮਾਤਮਾ ਨੂੰ ਮੰਨਣ ਵਾਲਾ ਮੁਲਕ ਹੈ, ਤਾਂ ਓਵਰ ਦਾ ਈਅਰਸ ਉਹਨਾਂ ਨੇ ਕੁਝ ਚੰਗਾ ਕੀਤਾ ਤੇ ਉਹ ਰਾਜ ਕਰ ਰਹੇ ਹੈ। ਓਵਰ ਦਾ ਈਅਰਸ ਤੁਸੀਂ ਚੰਗਾ ਕਰਦੇ ਰਹੇ, ਤੁਸੀਂ ਰਾਜ ਕੀਤਾ, ਕਿੰਨੇ ਸਾਲ ਕਾਂਗਰਸ ਨੇ ਰਾਜ ਕੀਤਾ, ਤੇ ਜਦੋਂ ਤੁਸੀਂ ਐਸੀਆਂ ਪਾਲਿਸੀਆਂ ਤੇ ਆਏ, ਹੁਣ ਇਹਦਾ ਕੱਲ ਨੂੰ ਬੀਜੇਪੀ ਨੂੰ ਇਹ ਸਭ ਫੇਸ ਨਹੀਂ ਕਰਨਾ ਪਊਗਾ ਤੁਹਾਨੂੰ ਲੱਗਦਾ? ਜੋ ਦੇਸ਼ 'ਚ ਨਫ਼ਰਤ ਦੀ ਰਾਜਨੀਤੀ ਹੋ ਰਹੀ ਹੈ, ਜੋ ਹਾਲਾਤ, ਇਹ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਇਹ ਸਭ ਕਦੇ ਖਤਮ ਹੀ ਨਹੀਂ ਹੋਣਾ। ਨਹੀਂ, ਸੱਤਾ ਪਰਿਵਰਤਨ ਹੁੰਦੇ ਆ, ਬਿਲਕੁਲ। ਲੇਕਿਨ ਵੱਡੀ ਗੱਲ ਹੈ ਕਿ ਕੀ ਅੱਜ ਤੁਸੀਂ ਇੰਨੇ ਕਾਬਲ, ਕੀ ਤੁਸੀਂ ਪੂਰੇ ਭਾਰਤ ਜੋੜਨ ਦੀ ਯਾਤਰਾ ਤੇ ਨਿਕਲ ਗਿਆ? ਅਖੀਰ ਮੈਨੂੰ ਇਹ ਲੱਗਿਆ ਕਿ ਰਾਹੁਲ ਗਾਂਧੀ ਥੋੜੇ ਜੇ ਓਵਰ ਰਿਐਕਟ ਕਰ ਰਹੇ ਆ ਚੀਜ਼ਾਂ ਦੇ ਉੱਤੇ। ਤੁਸੀਂ ਇੱਕਦਮ ਭਾਰਤ ਜੋੜੋ ਯਾਤਰਾ ਕਰਕੇ ਤੇ ਸਟ੍ਰੈਟਜੀ ਦੇ ਉੱਤੇ ਹਾਸਾ ਆਇਆ ਨਾ ਲੋਕਾਂ ਨੂੰ। ਬਿਲਕੁਲ, ਹਾਂ, ਕਿ ਤੁਸੀਂ ਜਿਸ ਵੇਲੇ ਗੁਜਰਾਤ ਦੀਆਂ ਚੋਣਾਂ 'ਚ ਤੁਹਾਡੀ ਲੋੜ ਸੀ, ਤੁਸੀਂ 2 ਰੈਲੀਆਂ ਕਰਦੇ ਹੋ ਤੇ ਭਾਰਤ ਜੋੜਦੇ ਰਹਿੰਦੇ ਹੋ, ਤੇ ਉਹ ਭਾਰਤ ਤਾਂ ਉਹ ਲੈ ਗਏ ਜੋੜ ਕੇ, ਉਹ 100 ਤੋਂ ਵੱਧ ਸੀਟਾਂ, 150 ਦੇ ਨੇੜੇ ਲੈ ਗਏ। ਤੁਸੀਂ ਦੇਖੋ ਜੀ, ਹਿਮਾਚਲ ਤਾਂ ਉਹ, ਹੁਣ ਹਰਿਆਣਾ ਦੇ ਵਿੱਚ ਵੀ ਕਾਂਗਰਸ ਸਟਰੋਂਗ ਹੈ, ਐਸੀ ਗੱਲ ਨਹੀਂ। ਹਰਿਆਣਾ ਇੱਕ ਐਸੀ ਸਟੇਟ ਹੈ, ਵੈਸੇ ਵੀ 2 ਟਰਮਾਂ ਹੋ ਗਈਆਂ ਤੇ ਤੀਜੀ ਮੰਨਿਆ ਜਾਂਦਾ। ਰਾਹੁਲ ਗਾਂਧੀ ਦੀ ਅੱਜ ਇੱਕ ਰਾਓ ਜੀ, ਮੈਂ ਕਿਉਂਕਿ ਅੱਜ ਇੰਨੇ ਦਿਨਾਂ ਬਾਅਦ ਅਸੀਂ ਐਪੀਸੋਡ ਕਰ ਰਹੇ ਹਾਂ, ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਦਸਤਾਰ ਸਜਾਉਣ ਵਾਲੀ ਪ੍ਰਥਾ ਹੈ, ਇਹ ਕਿਹਨੇ ਸ਼ੁਰੂ ਕੀਤੀ ਮੈਨੂੰ ਨਹੀਂ ਪਤਾ, ਕਿਉਂ ਕੀਤੀ ਮੈਨੂੰ ਨਹੀਂ ਪਤਾ, ਇਹਦਾ ਪਿਛੋਕੜ ਕੀ ਹੈ, ਇਹ ਸਿੱਖ ਵਿਦਵਾਨਾਂ ਨਾਲ ਇਹਦੇ ਬਾਰੇ ਮੈਂ ਜ਼ਿਕਰ ਵੀ ਡਿਸਕਸ ਕਰੂੰਗਾ। ਉਹ ਕਹਿੰਦੇ ਨੇ ਨਾ ਕਿ ਜਿਸ ਤੁਸੀਂ ਸੂਬੇ ਜਾਂਦੇ ਹੋ ਉਹਦਾ ਸੱਭਿਆਚਾਰ ਤੁਸੀਂ ਐਕਸੈਪਟ ਕਰ ਲੈਂਦੇ ਹੋ। ਦਸਤਾਰ ਹਿਮਾਚਲ ਗਏ ਤਾਂ ਟੋਪੀ ਲੈ ਲੈਂਦੇ ਨੇ, ਦਸਤਾਰ ਟੋਪੀ ਨਹੀਂ ਹੁੰਦੀ। ਸਾਨੂੰ ਕੀ ਸਿਖਾਇਆ ਜਾਂਦਾ, ਜਦੋਂ ਮੈਂ ਨਵੀਂ ਪੱਗ ਬੰਨਣੀ ਸ਼ੁਰੂ ਕੀਤੀ ਤੇ ਘਰੇ ਜਾ ਕੇ ਨਾ ਪੱਗ ਐ ਲਾ ਕੇ ਰੱਖ ਦੇਣੀ, ਤੇ ਮੇਰੇ ਫਾਦਰ ਬਹੁਤ ਗੁੱਸਾ ਕਰਦੇ ਸੀ ਇਸ ਗੱਲ ਦਾ। ਉਹ ਕਹਿੰਦੇ ਟੋਪੀ ਥੋੜੀ ਹੈ, ਜਿਵੇਂ ਇੱਕ ਲੜ ਚਿਣਿਆ ਸੀ ਉਵੇਂ ਇੱਕ ਕਰਕੇ ਲੜ ਲਾਓ ਤੇ ਫਿਰ ਉਹਨੂੰ ਤੈਅ ਮਾਰ ਕੇ ਰੱਖੋ। ਤੁਹਾਡੇ ਵੀ ਇਹ ਸਿਖਾਇਆ ਹੋਣਾ, ਬਿਲਕੁਲ, ਕੈਮਰਾਮੈਨ ਖੜੇ ਪਿੱਛੇ, ਤੁਹਾਡੇ ਵੀ ਇਹ ਸਿਖਾਇਆ ਹੋਣਾ। ਅਸੀਂ ਸਾਰੇ ਪੱਗਾਂ ਵਾਲਿਆ ਜੀ, ਕਿਉਂਕਿ ਅਕਸਰ ਇਹ ਹੁੰਦਾ ਸੀ ਕਿ ਕਈ ਵਾਰੀ ਉਹ ਦਸਤਾਰ ਐ ਲਾ ਕੇ ਤੇ ਸਵੇਰੇ ਐ ਰੱਖ ਕੇ ਲੈ ਜਾਂਦੇ ਤੇ ਆਪਣੇ ਮਾਪਿਓ ਟੋਕਦੇ ਇਸ ਗੱਲ ਨੂੰ। ਟੋਕਦੇ ਵੀ ਨੇ, ਨਾਲੇ ਉਹਦਾ ਵੈਸੇ ਵੀ ਇੱਕ ਫਾਇਦਾ ਵੀ ਹੈ, ਜੇ ਤੁਸੀਂ ਏਦਾਂ ਰੱਖੋਗੇ ਨਾ ਉਹ ਬਲ ਜ਼ਿਆਦਾ ਪੈ ਜਾਂਦੇ, ਜੇ ਤੈਅ ਮਾਰ ਕੇ ਰੱਖੋਗੇ ਦਸਤਾਰ ਠੀਕ ਰਹਿੰਦੀ ਹੈ। ਤਾਂ ਜਿਹੜੀ ਇਹ ਜਿੱਥੋਂ ਵੀ ਇਹ ਚੱਲੀ ਹੈ ਗੱਲ, ਜਿੱਥੋਂ ਵੀ, ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਉਂਦੇ ਆ, ਉਹਨਾਂ ਦੇ ਸਿਰ ਤੇ ਟੋਪੀ ਤਰ੍ਹਾਂ ਪਹਿਲਾਂ ਹੀ ਬੰਨ ਕੇ ਜਾ ਕੇ ਤੁਸੀਂ ਪੱਗ ਰੱਖਦੇ ਹੋ। ਇਹ ਟੋਪੀ ਥੋੜੀ ਹੈ, ਇਹ ਦਸਤਾਰ ਹੈ, ਦਸਮ ਪਿਤਾ ਦੀ ਦਿੱਤੀ ਦਸਤਾਰ ਹੈ। ਸਾਨੂੰ ਦੇਖੋ, ਤੁਸੀਂ ਇੱਕ ਗੱਲ ਕਮਾਲ ਦੀ ਖੂਬਸੂਰਤੀ ਦੇਖੋ ਕਿ ਜਿੰਨੀਆਂ ਚੀਜ਼ਾਂ ਗੁਰੂ ਸਾਹਿਬ ਦੇ ਕੇ ਗਏ ਜੀ, ਉਹ ਇੱਕ ਚੰਗੇ ਸਵਸਥ ਹੈਲਦੀ, ਤੁਸੀਂ ਧਰਮ ਨੂੰ ਪਿੱਛੇ ਰੱਖ ਦਿਓ। ਮੈਂ ਸਿੱਖ ਧਰਮ ਦੀ ਗੱਲ ਹੀ ਨਹੀਂ ਕਰ ਰਿਹਾ, ਫਿਰ ਮੈਨੂੰ ਇਹ ਵੀ ਕਹਿ ਦਿੰਦੇ ਕਿ ਧਾਰਮਿਕ ਹੋ ਜਾਂਦਾ। ਮੈਂ ਕਹਿ ਰਿਹਾ ਕਿ ਤੁਸੀਂ ਉਹਨੂੰ ਵੇ ਆਫ ਲਾਈਫ ਦੇ ਵਿੱਚ ਲੈ ਕੇ ਆਓ। ਇੰਪਲੀਮੈਂਟੇਸ਼ਨ ਦਾ ਕੀ ਹੈ? ਉਹ ਸਵੇਰੇ ਅਰਲੀ ਉੱਠਣਾ, ਅੰਮ੍ਰਿਤ ਵੇਲੇ ਉੱਠਣਾ ਜੀ। ਹੁਣ ਅੱਜ ਜਦੋਂ ਹੋ ਗਿਆ ਨਾ ਸਾਡਾ ਲਾਈਫ ਸਟਾਈਲ ਖਰਾਬ ਹੋ ਗਿਆ ਤੇ ਅਸੀਂ 25,000 ਰੁਪਇਆ ਜਾ ਕੇ ਦਿੰਨੇ ਆ ਜਿਹੜੇ ਹੈਲਥ ਬਿਲਕੁਲ ਵਾਲੇ ਡਾਕਟਰਾਂ ਨੂੰ, ਡਾਈਟ ਵਾਲੇ ਨੂੰ, ਉਹ ਤੁਹਾਨੂੰ ਫਿਰ ਦੱਸਦੇ ਆ ਜੀ ਕਿ ਅਰਲੀ ਉੱਠੋ, ਸੂਰਜ ਚੜਨ ਤੋਂ ਪਹਿਲਾਂ ਉੱਠੋ, ਉਹ ਦੱਸਦੇ ਆ। ਇਹ ਤਾਂ ਗੁਰੂ ਸਾਹਿਬ ਤੁਹਾਨੂੰ ਪਹਿਲਾਂ ਹੀ 300 ਸਾਲ ਪਹਿਲਾਂ ਦੱਸ ਗਏ ਭਾਈ ਕਿ ਭਾਈ ਅੰਮ੍ਰਿਤ ਵੇਲੇ ਉੱਠੋ। ਫਿਰ ਉੱਠ ਕੇ ਉਹ ਕਹਿੰਦੇ ਆ ਜੀ ਤੁਸੀਂ ਇਸ਼ਨਾਨ ਪਾਣੀ ਕਰਕੇ ਤੇ ਕੋਈ ਸਪਿਰਿਚੁਅਲ ਗੱਲ ਕਰਨੀ, ਤੇ ਇਹੀ ਤਾਂ ਤੁਹਾਨੂੰ ਆਸਾਂ ਦੀ ਵਾਰ ਜਦੋਂ ਗੁਰੂ ਸਾਹਿਬ ਕਹਿੰਦੇ ਸੀ ਕਰੋ, ਤੇ ਉਹ ਕੀ ਸੀਗਾ? ਤੁਸੀਂ ਉਹਨੂੰ ਧਾਰਮਿਕ ਨਾ ਲਓ, ਮੈਂ ਕਹਿੰਦਾ ਉਹ ਵੇ ਆਫ ਲਾਈਫ। ਆਪਾਂ ਥੋੜਾ ਜਿਹਾ ਵਿਸ਼ੇ ਤੋਂ ਹਟ ਗਏ ਪਰ ਇਹ ਜ਼ਰੂਰੀ ਹੈ। ਗੱਲ ਰਾਹੁਲ ਗਾਂਧੀ ਦੀ ਹੋ ਰਹੀ ਸੀ। ਉਸ ਤੋਂ ਬਾਅਦ ਜਿਹੜੀ ਗੱਲ ਹੈ ਕਿ ਤੁਸੀਂ ਦਸਤਾਰ ਸਜਾਉਣੇ ਹੋ, ਜਦੋਂ ਤੁਹਾਡਾ ਸਰੀਰ ਵੀ ਤਾਂ ਪੂਰਾ, ਤੁਹਾਡੀ ਕਸਰਤ ਹੋ ਰਹੀ ਹੈ ਨਾ, ਹੱਥਾਂ ਦੀ ਹੋ ਰਹੀ ਹੈ, ਐਕਟਿਵ ਹੋ ਰਹੇ ਹੋ ਤੁਸੀਂ,
ਸਵੇਰੇ ਉੱਠ ਕੇ ਫਿਰ ਠੰਡ ਦੇ ਵਿੱਚ ਆਉਣਾ, ਕਿੰਨੀ ਧੁੰਦ ਹੁੰਦੀ ਹੈ ਜੀ। ਪੱਗ ਬੰਨਣ ਤੋਂ ਪਹਿਲਾਂ ਕੀ ਹਾਲ ਹੁੰਦਾ ਤੇ ਬੰਨਣ ਤੋਂ ਬਾਅਦ ਸਵਾਦ ਆਉਂਦਾ ਕਿ ਨਹੀਂ ਆਉਂਦਾ? ਬਿਲਕੁਲ ਬਿਲਕੁਲ ਸਹੀ ਹੈ। ਸਾਰਾ ਦਿਨ ਐਕਟਿਵ ਵੀ ਰਹੀਦਾ ਤੇ ਕੋਜ਼ੀ ਵੀ ਰਹਿੰਦਾ ਬੰਦਾ। ਮਫਲਰ ਦੀ ਤੇ ਉਹਦੀ ਜਿਹੜੇ ਉਹ ਬੰਨੀ ਫਿਰਦੇ ਲੋਕ, ਉਹਦੀ ਤੁਹਾਨੂੰ ਲੋੜ ਨਹੀਂ। ਬਿਲਕੁਲ। ਇੱਕ ਦਿਨ ਵੀ ਤੁਹਾਨੂੰ ਕਦੇ ਕਿੰਨਾ ਚਿੱਲੀ, ਮੈਂ ਕਸ਼ਮੀਰ ਗਿਆ ਪਿਛਲੇ ਸਾਲ, ਗੁਲਮਰਗ ਸੋਨਮਰਗ 31 ਤੇ ਮੈਂ ਕਹਿੰਦਾ ਕਮਾਲ ਦੀ ਲੋਕ ਠੰਡ, ਉੱਥੇ ਹੱਥ ਪੈਰ ਲੋਕਾਂ ਨੇ ਠੰਡੇ ਤੇ ਦਸਤਾਰ ਸਜਾਈ ਸੀ, ਐ ਹੱਥ ਪਾ ਖੜੇ, ਬਿਲਕੁਲ ਫੀਲ ਹੀ ਨਹੀਂ ਹੋ ਰਿਹਾ ਸੀ ਠੰਡ ਹੈ, ਕਿਉਂਕਿ ਕੋਜ਼ੀ ਰੱਖਦੀ ਹੈ ਤੁਹਾਨੂੰ। ਇੱਕ ਚੀਜ਼ ਜਿਹੜੀ ਦਿੱਤੀ, ਇੱਕ ਚੀਜ਼ ਕਰਨ ਨੂੰ ਤੁਹਾਨੂੰ ਕਿਹਾ ਗੁਰੂ ਸਾਹਿਬ ਨੇ ਜੀ, ਉਹ ਹੈਲਦੀ ਲਾਈਫ ਸਟਾਈਲ, ਤੁਹਾਡੀ ਜ਼ਿੰਦਗੀ ਨੂੰ ਬਿਹਤਰ। ਸ਼ਸਤਰ ਵੀ ਦਿੱਤਾ ਉਹਦੇ ਨਾਲ, ਗੱਤਕੇ ਨਾਲ। ਜ਼ਰੂਰੀ ਤਾਂ ਨਹੀਂ ਤੁਸੀਂ ਲੜੀ ਜਾਂਦੇ ਸੀ, ਉਦੋਂ ਐਕਸਰਸਾਈਜ਼ ਕਿੰਨੀ ਹੋ ਜਾਂਦੀ ਸੀ, ਫਿੱਟ ਕਿੰਨੇ ਰਹਿੰਦੇ ਸੀ ਤੁਸੀਂ। ਤਾਂ ਮੈਂ ਇਸ ਕਰਕੇ ਜਿਹੜੇ ਇਸ਼ੂ ਤੇ ਸੀਗੇ ਕਿ ਜਿਹੜੀ ਦਸਤਾਰ ਹੈ ਇਹ ਜਿੱਥੋਂ ਵੀ ਸ਼ੁਰੂ ਹੋਈ ਹੈ, ਮੈਨੂੰ ਲੱਗਦਾ ਹੈ ਪਰਸਨਲੀ ਮੈਂ ਫੀਲ ਕਰਦਾ ਜੀ ਕਿ ਚਾਹੇ ਉਹ ਮੋਦੀ ਆਵੇ, ਚਾਹੇ ਉਹ ਰਾਹੁਲ ਗਾਂਧੀ ਆਵੇ, ਚਾਹੇ ਕੋਈ ਵੀ ਆਵੇ, ਜਿਹੜਾ ਬੰਦਾ ਦਸਤਾਰ, ਜਾਂ ਫਿਰ ਉੱਥੇ ਤੁਸੀਂ ਉਹਨੂੰ ਕਹੋ ਲੈ ਵੀ ਮਿੱਤਰਾ ਸਟੇਜ ਤੇ 5 ਮਿੰਟ ਐਕਸਟਰਾ ਲੱਗਣਗੇ, ਕਰਾਓ ਪੂਣੀ ਉੱਥੇ ਸਟੇਜ ਦੇ ਉੱਤੇ। ਮੋਦੀ ਨੂੰ ਕਹੋ ਲੈ ਵੀ ਇੱਕ ਪਾਸੋਂ ਕੋਈ ਬੀਜੇਪੀ ਦਾ ਲੀਡਰ ਨਾਲ ਲੱਗੇ, ਜਾਖੜ ਸਾਹਿਬ ਨੂੰ ਫੜਾਓ ਵੀ ਲਿਆਓ ਵੀ ਪੂਣੀ ਕਰੀਏ, ਕਿਵੇਂ ਕਰੀਦੀ ਹੈ, ਤੇ ਭਾਵੇਂ ਤੀਜੇ ਬੰਦੇ ਤੋਂ ਬਣਵਾ ਦਿਓ ਜੀ, ਹਨਾ। ਤੁਸੀਂ ਆ ਮੁੰਡੇ ਕਿੰਨੇ ਵਧੀਆ ਪੱਗਾਂ ਵਾਲੇ ਜਿਹੜੇ ਆ, ਉਹ ਇੱਕ ਫਿਰੋਜ਼ਪੁਰ ਵਾਲਾ ਮੁੰਡਾ ਬਹੁਤ ਸੋਹਣਾ, ਕੀ ਨਾਮ ਹੈ ਉਹਦਾ ਨਾਮ ਯਾਦ ਕਰੋ, ਮੈਂ ਨਾਮ ਲੈਣਾ ਚਾਹੁੰਦਾ ਸ਼ੋਅ 'ਚ, ਬਹੁਤ ਸੋਹਣੀ ਦਸਤਾਰ ਸਜਾਉਂਦਾ ਉਹ ਮੁੰਡਾ ਜੀ। ਹਾਂ, ਤੇ ਤੁਸੀਂ ਬੁਲਾ ਲਓ ਉਹਨਾਂ ਨੂੰ, ਮੁੰਡਿਆਂ ਨੂੰ, ਹੁਣ ਕਹੋ ਵੀ ਆਓ ਪ੍ਰਧਾਨ ਮੰਤਰੀ ਦੇ ਦਸਤਾਰ ਸਜਾਉਣੀ, ਉੱਥੇ ਪੂਣੀ ਕਰੋ ਤੇ ਸਟੇਜ ਤੇ। ਉਵੇਂ ਹੀ ਰਾਹੁਲ ਗਾਂਧੀ, ਮੈਨੂੰ ਨਹੀਂ ਪਤਾ ਅੱਜ ਉਹ ਟੋਪੀ ਤਰ੍ਹਾਂ ਰੱਖ ਕੇ ਆਏ ਜਾਂ ਉਹਨਾਂ ਨੇ ਆਪ ਸਜਾਈ ਜੀ। ਇਹ ਆਏ ਤਾਂ ਪਹਿਲਾਂ ਜਦੋਂ ਆਏ ਉਹ ਦਸਤਾਰ 'ਚ ਹੀ ਸੀਗੇ, ਪਰ ਇਹ ਟ੍ਰੈਂਡ ਐਟਲੀਸਟ ਟੋਪੀ ਦੀ ਤਰ੍ਹਾਂ ਤਾਂ ਨਹੀਂ ਹੈ, ਪ੍ਰੋਪਰ ਨਹੀਂ ਹੋਣਾ ਚਾਹੀਦਾ। ਔਰ ਉਹਨਾਂ ਨੂੰ ਦੱਸੋ ਕਿ ਇਹ ਨਹੀਂ ਹੈ ਕਿ ਜੇ ਤੁਸੀਂ ਅਸਾਮ ਗਏ ਤਾਂ ਅਸਾਮ ਵਾਲੀ ਟੋਪੀ ਪਾ ਲਈ, ਕਸ਼ਮੀਰ ਗਏ ਤਾਂ ਫੈਰਨ ਪਾ ਕੇ ਕਸ਼ਮੀਰ ਵਾਲੀ ਟੋਪੀ ਪਾ ਲਈ, ਰਾਜਸਥਾਨ ਗਏ ਤਾਂ ਤੁਸੀਂ ਉਹੋ ਜਿਹੀ। ਭਾਈ ਇਹ ਦਸਤਾਰ ਹੈ ਜੀ, ਇਸ ਦੀ ਇੰਪੋਰਟੈਂਸ ਕੁਛ ਹੋਰ ਹੈ, ਉਹਨੂੰ ਇੰਪੋਰਟੈਂਸ ਵੀ ਨਾਲ ਬਿਲਕੁਲ ਅਹਿਸਾਸ ਵੀ ਹੋਇਆ ਹੋਣਾ, ਕਿਉਂਕਿ ਜਦੋਂ ਬੰਨੀ ਜਾ ਰਹੀ ਸੀ ਦਸਤਾਰ, ਉਹਨਾਂ ਨੂੰ ਅਹਿਸਾਸ ਬਹੁਤ ਚੀਜ਼ਾਂ ਕਰਾ ਦਿੰਦੀ ਹੈ ਦਸਤਾਰ। ਬਹੁਤ ਬਹੁਤ ਧੰਨਵਾਦ।